ਹੈਲੋ एवरीवन। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਸਟੂਡੈਂਟਸ ਨਵੇਂ ਆਏ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜੋ ਟੌਪਿਕ ਨੇ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਦੇ ਅਕੋਰਡਿੰਗ ਨੇ। ਇਹਨਾਂ ਟੌਪਿਕਸ ਦੇ ਤੁਹਾਨੂੰ ਪੰਜਾਬੀ ਮੀਡੀਅਮ ਦੇ ਵਿੱਚ ਨੋਟਸ ਵੀ ਪ੍ਰੋਵਾਈਡ ਕਰਵਾਏ ਜਾਣਗੇ, ਉਹਨਾਂ ਦਾ ਲਿੰਕ ਤੁਹਾਨੂੰ ਦੇ ਦਿੱਤਾ ਜਾਵੇਗਾ। ਇਹ ਸੈਕਿੰਡ ਵੀਡੀਓ। ਇਸ ਤੋਂ ਪਹਿਲੀ ਜੋ ਵੀਡੀਓ ਸੀ ਉਹਦੇ ਵਿੱਚ ਆਪਾਂ ਐਜੂਕੇਸ਼ਨ ਦੇ ਮੀਨਿੰਗ ਨਾਲ ਸੰਬੰਧਿਤ ਟੌਪਿਕ ਕੀਤਾ ਸੀਗਾ, ਉਹਦੇ ਵੀ ਤੁਹਾਨੂੰ ਨੋਟਸ ਮਿਲ ਜਾਣਗੇ। ਜਿਨ੍ਹਾਂ ਬੱਚਿਆਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਇਸ ਤੋਂ ਪਹਿਲਾਂ ਵਾਲੀ ਵੀਡੀਓ ਨੂੰ ਜਾ ਕੇ ਦੇਖ ਸਕਦੇ ਨੇ, ਉੱਥੇ ਉਹਨਾਂ ਨੂੰ ਐਜੂਕੇਸ਼ਨ ਦਾ ਮੀਨਿੰਗ ਹੈ ਉਹ ਕਲੀਅਰ ਹੋ ਜਾਵੇਗਾ। ਇਹ ਸੈਕਿੰਡ ਵੀਡੀਓ ਹੈ। ਇਹਦੇ ਵਿੱਚ ਆਪਾਂ ਕਰਾਂਗੇ ਇੰਡੀਅਨ ਕਨਸੈਪਟ ਆਫ ਐਜੂਕੇਸ਼ਨ। ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਇੰਡੀਅਨ ਕਨਸੈਪਟ ਆਫ ਐਜੂਕੇਸ਼ਨ ਆਉਂਦਾ ਹੈ, ਕੁਐਸਚਨ ਆਉਂਦਾ ਹੈ, ਤਾਂ ਤੁਸੀਂ ਸਿੱਧਾ ਪ੍ਰਾਚੀਨ ਕਾਲ ਇੱਦਾਂ ਹੀ ਸਟਾਰਟ ਨਹੀਂ ਕਰਨਾ ਜਿੱਦਾਂ ਹੁਣ ਮੈਂ ਤੁਹਾਨੂੰ ਕਰਵਾਉਣ ਲੱਗੀ ਹਾਂ। ਤੁਸੀਂ ਇਸ ਤੋਂ ਪਹਿਲਾਂ ਇੰਟਰੋਡਕਸ਼ਨ ਲਿਖੋਗੇ, ਮੀਨਿੰਗ ਲਿਖੋਗੇ, ਡੈਫੀਨੇਸ਼ਨ ਲਿਖੋਗੇ। ਉਸ ਤੋਂ ਬਾਅਦ ਜੋ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਤੁਸੀਂ ਉਹਦੇ ਨਾਲ ਸੰਬੰਧਿਤ ਆਨਸਰ ਆਪਣਾ ਲਿਖੋਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ, ਉਸ ਤੋਂ ਬਾਅਦ ਮੀਨਿੰਗ, ਉਸ ਤੋਂ ਬਾਅਦ ਡੈਫੀਨੇਸ਼ਨ, ਉਸ ਤੋਂ ਬਾਅਦ ਇੰਡੀਅਨ ਕਨਸੈਪਟ ਔਨ ਐਜੂਕੇਸ਼ਨ। ਉਹ ਮੈਂ ਤੁਹਾਨੂੰ ਪਹਿਲਾਂ ਤਾਂ ਨਹੀਂ ਕਰਵਾਇਆ ਕਿਉਂਕਿ ਉਹਨੂੰ ਆਪਾਂ ਫਸਟ ਵੀਡੀਓ ਦੇ ਵਿੱਚ ਕੰਪਲੀਟ ਕਰ ਚੁੱਕੇ ਹਾਂ ਨਾ। ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਤਾਂ ਜ਼ਰੂਰ ਦੇਖ ਲੈਣਾ ਉਸ ਵੀਡੀਓ ਨੂੰ। ਸੋ ਅੱਜ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਇੰਡੀਅਨ ਕਨਸੈਪਟ ਔਨ ਐਜੂਕੇਸ਼ਨ। ਫਸਟ ਪੁਆਇੰਟ ਹੈ ਪ੍ਰਾਚੀਨ ਕਾਲ ਵੈਦਿਕ ਕਾਲ ਵਿੱਚ ਸਿੱਖਿਆ ਦੀ ਧਾਰਨਾ। ਵਰਤਮਾਨ ਦੀਆਂ ਜੜ੍ਹਾਂ ਅਤੀਤ ਵਿੱਚ ਮੌਜੂਦ ਹਨ। ਭਾਰਤ ਦਾ ਅਤੀਤ ਗੌਰਵਮਈ ਰਿਹਾ ਹੈ। ਭਾਰਤ ਦਾ ਅਤੀਤ ਅਧਿਆਤਮਿਕਤਾ ਤੋਂ ਪ੍ਰਭਾਵਿਤ ਹੋਇਆ ਹੈ। ਪ੍ਰਾਚੀਨ ਕਾਲ ਦੀ ਸਿੱਖਿਆ ਅਧਿਆਤਮਿਕ ਤੱਤਾਂ 'ਤੇ ਹੀ ਆਧਾਰਿਤ ਸੀ। ਪ੍ਰਾਚੀਨ ਕਾਲ ਵਿੱਚ ਸਿੱਖਿਆ ਆਪਣੇ ਲਈ ਨਹੀਂ ਸਗੋਂ ਧਰਮ ਦੇ ਲਈ ਪ੍ਰਾਪਤ ਕੀਤੀ ਜਾਂਦੀ ਸੀ। ਪ੍ਰਾਚੀਨ ਕਾਲ ਵਿੱਚ ਸਿੱਖਿਆ ਲਈ ਕਈ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ, ਜਿਵੇਂ ਵਿਦਿਆ, ਗਿਆਨ, ਪ੍ਰਬੋਧ। ਪ੍ਰਾਚੀਨ ਕਾਲ ਅਨੁਸਾਰ ਸਿੱਖਿਆ ਨਾਲ ਸਾਨੂੰ ਸੰਸਾਰ ਵਿੱਚ ਸੁੱਖ, ਸਮਰਿੱਧੀ ਅਤੇ ਜਸ਼ ਪ੍ਰਾਪਤ ਹੁੰਦਾ ਹੈ ਅਤੇ ਪਰਲੋਕ ਵਿੱਚ ਮੁਕਤੀ। ਜੇਕਰ ਗੱਲ ਕਰੀਏ ਪ੍ਰਾਚੀਨ ਕਾਲ ਦੀ, ਪੁਰਾਣੇ ਟਾਈਮ ਦੇ ਵਿੱਚ ਦੀ, ਵੈਦਿਕ ਕਾਲ ਦੀ, ਤਾਂ ਉਸ ਟਾਈਮ ਦੇ ਵਿੱਚ ਜਿਹੜੀ ਸਿੱਖਿਆ ਸੀ ਉਹ ਧਰਮ 'ਤੇ ਆਧਾਰਿਤ ਸੀ। ਧਰਮ ਦੀ ਸਿੱਖਿਆ ਇੱਕ ਬੱਚੇ ਨੂੰ, ਇੱਕ ਵਿਅਕਤੀ ਨੂੰ ਮਿਲਦੀ ਸੀ ਅਤੇ ਸਿੱਖਿਆ ਦਾ ਜਿਹੜਾ ਮਕਸਦ ਸੀ ਜੋ ਧਰਮ ਦੇ ਆਧਾਰ 'ਤੇ ਦਿੱਤੀ ਜਾਂਦੀ ਸੀ ਕਿ ਇਹ ਸਿੱਖਿਆ ਪ੍ਰਾਪਤ ਕਰਕੇ ਪਰਲੋਕ ਦੇ ਵਿੱਚ ਮੁਕਤੀ ਮਿਲ ਜਾਵੇਗੀ, ਮੌਤ ਤੋਂ ਬਾਅਦ ਜਿਹੜੀ ਮੁਕਤੀ ਮਿਲ ਜਾਵੇਗੀ। ਅਤੇ ਇਸ ਸਿੱਖਿਆ ਦੇ ਨਾਲ ਜਿਹੜਾ ਇਹ ਮਨੁੱਖ ਹੈ ਉਹ ਸੁੱਖ ਪ੍ਰਾਪਤ ਕਰਦਾ ਹੈ। ਇਹਦੇ ਵਿੱਚ ਕੁਝ ਡੈਫੀਨੇਸ਼ਨ ਨੇ, ਜਿਵੇਂ ਰਿਗਵੇਦ ਦੇ ਅਨੁਸਾਰ ਸਿੱਖਿਆ ਉਹ ਹੈ ਜੋ ਵਿਅਕਤੀ ਨੂੰ ਆਤਮ ਵਿਸ਼ਵਾਸੀ ਬਣਾਵੇ ਅਤੇ ਨਿਸ਼ਕਾਮ ਬਣਾਵੇ। ਸਿੱਖਿਆ ਵਿਅਕਤੀ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਉਹਨੂੰ ਨਿਸ਼ਕਾਮ ਬਣਾਵੇ, ਮਤਲਬ ਕਿ ਉਹਦੇ 'ਚ ਸਵਾਰਥ ਦੀ ਭਾਵਨਾ ਨਹੀਂ ਆਉਣ ਦਿੰਦੀ। ਉਸ ਤੋਂ ਅੱਗੇ ਆ ਉਪਨਿਸ਼ਦ ਅਨੁਸਾਰ ਸਿੱਖਿਆ ਉਹ ਹੈ ਜਿਸ ਦਾ ਮਤਲਬ ਮੁਕਤੀ ਹੈ। ਉਹਨਾਂ ਦਾ ਮੰਨਣਾ ਸੀ ਕਿ ਸਿੱਖਿਆ ਦੇ ਦੁਆਰਾ ਹੀ ਵਿਅਕਤੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਤੁਸੀਂ ਇਹ ਡੈਫੀਨੇਸ਼ਨ ਪੇਪਰ ਦੇ ਵਿੱਚ ਜ਼ਰੂਰ ਲਿਖ ਦੇਣੀਆਂ। ਡੈਫੀਨੇਸ਼ਨਸ ਦੇ ਨਾਲ ਤੁਹਾਨੂੰ ਜਿਹੜੇ ਮਾਰਕਸ ਹੈ ਉਹ ਮਿਲ ਜਾਣਗੇ। ਸੈਕਿੰਡ ਪੁਆਇੰਟ ਹੈ ਬੌਧ ਕਾਲ ਵਿੱਚ ਸਿੱਖਿਆ ਦੀ ਧਾਰਨਾ। ਬੌਧ ਕਾਲ ਦੀ ਸਿੱਖਿਆ ਵਿਅਕਤੀ ਦੇ ਪੂਰਨ ਵਿਅਕਤੀਤਵ ਵਿਕਾਸ ਨਾਲ ਸੰਬੰਧਿਤ ਹੈ, ਅਰਥਾਤ ਵਿਦਿਆਰਥੀਆਂ ਦੇ ਵਿਅਕਤੀਤਵ ਦੇ ਸਰੀਰਕ, ਬੌਧਿਕ, ਨੈਤਿਕ, ਅਧਿਆਤਮਿਕ ਅਤੇ ਭੌਤਿਕ ਪਹਿਲੂ ਦਾ ਵਿਕਾਸ। ਜਿਹੜੀ ਬੌਧ ਕਾਲ ਦੇ ਵਿੱਚ ਸਿੱਖਿਆ ਦੀ ਉਹ ਮੀਨਿੰਗ ਲੈਂਦੇ ਸੀਗੇ ਕਿ ਸਿੱਖਿਆ ਦਾ ਮਕਸਦ ਜਿਹੜਾ ਵਿਅਕਤੀ ਦਾ ਪੂਰਨ ਵਿਕਾਸ ਕਰਨਾ ਹੈ। ਉਹਦੇ ਵਿਕਾਸ ਦੇ ਵਿੱਚ ਉਹਦਾ ਸਰੀਰਕ ਵਿਕਾਸ ਵੀ ਹੋਵੇਗਾ, ਬੌਧਿਕ ਵਿਕਾਸ ਵੀ ਹੋਵੇਗਾ, ਨੈਤਿਕ ਵਿਕਾਸ ਵੀ ਹੋਵੇਗਾ ਅਤੇ ਅਧਿਆਤਮਿਕ ਵਿਕਾਸ ਵੀ ਹੋਵੇਗਾ ਅਤੇ ਭੌਤਿਕ ਪਹਿਲੂ ਦਾ ਵਿਕਾਸ ਵੀ ਹੋਵੇਗਾ। ਨੈਕਸਟ ਪੁਆਇੰਟ ਹੈ ਮੱਧਕਾਲੀ ਭਾਰਤ ਵਿੱਚ ਸਿੱਖਿਆ ਦੀ ਧਾਰਨਾ। ਮੁਸਲਿਮ ਲੋਕ ਸਿੱਖਿਆ ਨੂੰ ਬਹੁਤ ਮਹੱਤਵ ਦਿੰਦੇ ਸਨ। ਉਹ ਸਿੱਖਿਆ ਨੂੰ ਸਾਰੇ ਉਪਹਾਰਾਂ ਵਿੱਚ ਸਭ ਤੋਂ ਵੱਡਾ ਮੰਨਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਸਿੱਖਿਆ ਆਪਣੇ ਕੋਲ ਧਨ ਹੋਣ ਨਾਲੋਂ ਬਿਹਤਰ ਹੈ। ਜਦੋਂ ਇੰਡੀਆ ਦੇ ਵਿੱਚ ਮੁਸਲਮਾਨ ਲੋਕ ਹੁੰਦੇ ਸੀਗੇ, ਮੁਸਲਿਮ ਲੋਕ ਹੁੰਦੇ ਸੀਗੇ, ਤਾਂ ਉਹ ਸਿੱਖਿਆ ਨੂੰ ਬਹੁਤ ਹੀ ਜ਼ਿਆਦਾ ਮਹੱਤਤਾ ਦਿੰਦੇ ਸੀਗੇ। ਪੈਸੇ ਦੇ ਨਾਲੋਂ ਵੀ ਉਹ ਸਿੱਖਿਆ ਨੂੰ ਜ਼ਿਆਦਾ ਮਹੱਤਤਾ ਦਿੰਦੇ ਸੀ ਅਤੇ ਸੋਨੇ ਦੇ ਨਾਲੋਂ ਵੀ ਜ਼ਿਆਦਾ ਮਹੱਤਤਾ ਦਿੰਦੇ ਸੀ। ਜਿਵੇਂ ਕਿ ਡੈਫੀਨੇਸ਼ਨ ਹੈ ਪਵਿੱਤਰ ਕੁਰਾਨ ਵਿੱਚ ਲਿਖਿਆ ਹੋਇਆ ਹੈ, ਦਾਨ ਵਿੱਚ ਸੋਨਾ ਦੇਣ ਨਾਲ ਬਿਹਤਰ ਹੈ ਆਪਣੇ ਬੱਚੇ ਨੂੰ ਸਿੱਖਿਆ ਦੇਣਾ। ਇਹ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੈ, ਇਹਨੂੰ ਤੁਸੀਂ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਹੀ ਲਿਖ ਦੇਣਾ ਹੈ ਕਿ ਜਿਹੜੀ ਸਿੱਖਿਆ ਹੈ ਉਹ ਸੋਨੇ ਦੇ ਨਾਲੋਂ ਵੀ ਬਿਹਤਰ ਹੈ।
ਮੱਧਕਾਲ ਵਿੱਚ ਗਿਆਨ ਨੂੰ ਮਨੁੱਖ ਦਾ ਸਭ ਤੋਂ ਚੰਗਾ ਮਿੱਤਰ ਮੰਨਿਆ ਜਾਂਦਾ ਸੀ ਤੇ ਉਸ ਟਾਈਮ ਦੇ ਵਿੱਚ ਮੱਧਕਾਲ ਦੇ ਵਿੱਚ ਜਿਹੜਾ ਸੀਗਾ ਸਿੱਖਿਆ ਸੀ ਉਹ ਮਨੁੱਖ ਦਾ ਸਭ ਤੋਂ ਚੰਗਾ ਮਿੱਤਰ ਸੀਗਾ। ਮੱਧਕਾਲੀ ਭਾਰਤ ਵਿੱਚ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ ਅਤੇ ਉਦੇਸ਼। ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸੀ ਮੁਸਲਮਾਨ ਲੋਕ, ਗਿਆਨ ਦਾ ਵਿਸਥਾਰ ਕਰਨਾ ਚਾਹੁੰਦੇ ਸੀ, ਇਸਲਾਮੀ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦੇ ਸੀ ਕਿ ਵੱਧ ਤੋਂ ਵੱਧ ਲੋਕ ਜਿਹੜੇ ਉਹਨਾਂ ਦੇ ਧਰਮ ਦੇ ਨਾਲ ਜੁੜ ਜਾਣ ਤੇ ਉਹਨਾਂ ਦੇ ਸਾਮਰਾਜ ਦਾ ਜਿਹੜਾ ਵਿਸਥਾਰ ਹੋਵੇ। ਨੈਤਿਕਤਾ ਦਾ ਵਿਕਾਸ ਕਰਨਾ ਚਾਹੁੰਦੇ ਸੀ ਤੇ ਚਰਿੱਤਰ ਦਾ ਵਿਕਾਸ ਕਰਨਾ ਚਾਹੁੰਦੇ ਸੀ। ਨੈਤਿਕਤਾ, ਨੈਤਿਕ ਕਦਰਾਂ ਕੀਮਤਾਂ। ਨੈਕਸਟ ਪੁਆਇੰਟ ਹੈ ਸੁਤੰਤਰਤਾ ਤੋਂ ਬਾਅਦ ਸਿੱਖਿਆ ਦੀ ਧਾਰਨਾ। ਇਹਦੇ ਵਿੱਚ ਫਸਟ ਪੁਆਇੰਟ ਬਣੇਗਾ ਮਹਾਤਮਾ ਗਾਂਧੀ ਦੀ ਸਿੱਖਿਆ ਦੀ ਧਾਰਨਾ। ਉਹਨਾਂ ਦੀ ਡੈਫੀਨੇਸ਼ਨ ਸੀਗੀ ਸਿੱਖਿਆ ਤੋਂ ਮੇਰੀ ਮੁਰਾਦ ਹੈ ਕਿ ਬੱਚੇ ਅਤੇ ਮਨੁੱਖ ਵਿੱਚ ਪੂਰਨ ਤੌਰ 'ਤੇ ਸਰੀਰਕ, ਬੌਧਿਕ ਅਤੇ ਅਧਿਆਤਮਿਕ ਸ਼ਕਤੀ ਦਾ ਸਰਬਪੱਖੀ ਵਿਕਾਸ ਹੋਵੇ। ਸਿੱਖਿਆ ਤੋਂ ਭਾਵ ਲੈਂਦੇ ਸੀ ਜਿਸ ਦੇ ਵਿੱਚ ਇੱਕ ਬੱਚਾ ਜਾਂ ਇੱਕ ਜਿਹੜਾ ਮਨੁੱਖ ਹੈ ਉਹਦਾ ਸਰੀਰਕ ਵਿਕਾਸ ਹੋਵੇ, ਉਹਦਾ ਜਿਹੜਾ ਬੌਧਿਕ ਦਿਮਾਗ ਵਿਕਾਸ ਹੋਵੇ ਤੇ ਉਹਦਾ ਅਧਿਆਤਮਿਕ ਵਿਕਾਸ ਹੋਵੇ, ਉਹਦਾ ਮਤਲਬ ਸਰਬਪੱਖੀ ਵਿਕਾਸ ਹੋਵੇ। ਗਾਂਧੀ ਜੀ ਵਿਦਿਆਰਥੀਆਂ ਨੂੰ ਸਰੀਰਕ ਦੰਡ ਦੇਣ ਦੇ ਪੱਖ ਵਿੱਚ ਨਹੀਂ ਸਨ। ਪਨਿਸ਼ਮੈਂਟ ਹੈ ਜੋ ਸਰੀਰਕ ਦੰਡ ਜੋ ਦਿੱਤਾ ਜਾਂਦਾ ਸੀਗਾ ਉਹਦੇ ਉਹ ਖਿਲਾਫ ਸਨ। ਉਹ ਕਰਨ ਨਾਲ ਸਿੱਖਣ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਕਰਕੇ ਸਿੱਖਣ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਕਰਕੇ ਜਿਹੜਾ ਸਿੱਖਿਆ ਜਾਵੇ। ਉਹ ਚਾਹੁੰਦੇ ਸਨ ਕਿ ਵਿਦਿਆਰਥੀ ਦੀਆਂ ਯੋਗਤਾਵਾਂ ਅਤੇ ਰੁਚੀਆਂ ਦੇ ਅਨੁਕੂਲ ਵਿਭਿੰਨ ਪ੍ਰਕਾਰ ਦੀਆਂ ਕਿਰਿਆਵਾਂ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਆਪਣੀਆਂ ਯੋਗਤਾਵਾਂ ਦੇ ਸਰਬੋਤਮ ਪ੍ਰਯੋਗ ਦੇ ਮੌਕੇ ਮਿਲ ਸਕਣ। ਕਰਨ ਨਾਲ ਸਿੱਖਣ ਦੇ ਸਿਧਾਂਤ ਵਿੱਚ ਤਾਂ ਵਿਸ਼ਵਾਸ ਰੱਖਦੇ ਸਨ ਪਰ ਨਾਲ ਚਾਹੁੰਦੇ ਸੀ ਕਿ ਵਿਦਿਆਰਥੀ ਦੀਆਂ ਜੋ ਰੁਚੀਆਂ ਨੇ, ਵਿਦਿਆਰਥੀ ਦੀਆਂ ਜੋ ਯੋਗਤਾਵਾਂ ਨੇ ਉਸ ਦੇ ਅਨੁਸਾਰ ਹੀ ਉਸ ਨੂੰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਸਵਾਮੀ ਵਿਵੇਕਾਨੰਦ ਦੇ ਸਿੱਖਿਆ ਤੇ ਵਿਚਾਰ। ਸਵਾਮੀ ਵਿਵੇਕਾਨੰਦ ਦੇ ਕੀ ਵਿਚਾਰ ਸੀ ਸਿੱਖਿਆ ਤੇ? ਉਹਨਾਂ ਦੀ ਇੱਕ ਡੈਫੀਨੇਸ਼ਨ ਹੈ ਸਿੱਖਿਆ ਉਹ ਹੈ ਜਿਸ ਦੀ ਸਹਾਇਤਾ ਨਾਲ ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਮਨ ਦੀ ਸ਼ਕਤੀ ਵੱਧਦੀ ਹੈ, ਬੁੱਧੀ ਦਾ ਵਿਸਥਾਰ ਹੁੰਦਾ ਹੈ ਅਤੇ ਜਿਸ ਦੇ ਦੁਆਰਾ ਵਿਅਕਤੀ ਆਪਣੇ ਪੈਰਾਂ 'ਤੇ ਖੜਾ ਹੋ ਜਾਂਦਾ ਹੈ। ਸਿੱਖਿਆ ਜਿਸ ਦੇ ਨਾਲ ਉਹਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਉਹਦੇ ਮਨ ਦੀ ਸ਼ਕਤੀ ਵੀ ਵੱਧਦੀ ਹੈ, ਉਹਦੇ ਦਿਮਾਗ ਦਾ ਵਿਸਥਾਰ ਵੀ ਹੁੰਦਾ ਹੈ ਅਤੇ ਵਿਅਕਤੀ ਹੈ ਜਿਹੜਾ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰਾਂ 'ਤੇ ਖੜਾ ਹੋ ਜਾਂਦਾ, ਮਤਲਬ ਕਿ ਉਹ ਜਿਹੜਾ ਕੋਈ ਨਾ ਕੋਈ ਕਿੱਤਾ ਕਰਨ ਲੱਗ ਜਾਂਦਾ ਹੈ। ਸਵਾਮੀ ਵਿਵੇਕਾਨੰਦ ਜੀ ਸਿੱਖਿਆ ਨੂੰ ਸਾਰੀਆਂ ਕੁਰੀਤੀਆਂ ਦਾ ਇਲਾਜ ਸਮਝਦੇ ਸਨ। ਉਹਨਾਂ ਨੂੰ ਲੱਗਦਾ ਸੀ ਜਿਹੜੀ ਸਿੱਖਿਆ ਹੈ ਉਹ ਸਾਰੀਆਂ ਕੁਰੀਤੀਆਂ ਦਾ ਇਲਾਜ ਹੈ, ਜਿੰਨੀਆਂ ਵੀ ਬੁਰਾਈਆਂ ਨੇ ਉਹਨਾਂ ਦਾ ਇੱਕ ਹੀ ਇਲਾਜ ਹੈ, ਉਹ ਹੈ ਸਿੱਖਿਆ। ਲੋਕਾਂ ਨੂੰ ਜਾਗਰੂਕ ਕਰਨਾ ਸਿੱਖਿਆ ਦੇ ਦੁਆਰਾ। ਉਹ ਅਜਿਹੀ ਸਿੱਖਿਆ ਤੋਂ ਸੰਤੁਸ਼ਟ ਨਹੀਂ ਸਨ ਜੋ ਕੇਵਲ ਵਿਦਿਆਰਥੀ ਦੇ ਸਰੀਰ ਅਤੇ ਬੁੱਧੀ ਦਾ ਵਿਕਾਸ ਕਰੇ। ਇਸ ਸਿੱਖਿਆ ਦੇ ਉਹ ਖਿਲਾਫ ਸਨ ਕਿ ਸਿਰਫ ਉਹਨੂੰ ਸਰੀਰਕ ਜਿਹੜੀ ਸਿੱਖਿਆ ਦਿੱਤੀ ਜਾਵੇ ਅਤੇ ਉਹਦੇ ਜਿਹੜਾ ਦਿਮਾਗ ਦਾ ਹੀ ਵਿਕਾਸ ਕੀਤਾ ਜਾਵੇ। ਉਹਨਾਂ ਅਨੁਸਾਰ ਸਿੱਖਿਆ ਦਾ ਉਦੇਸ਼ ਜਾਗਰੂਕਤਾ ਲਿਆਉਣਾ ਹੋਣਾ ਚਾਹੀਦਾ ਹੈ। ਸਿੱਖਿਆ ਦਾ ਉਹ ਉਦੇਸ਼ ਸਮਝਦੇ ਸਨ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਸ ਦੇ ਨਾਲ ਸਿਰਫ ਉਹਨਾਂ ਨੂੰ ਸਰੀਰਕ ਗਿਆਨ ਦੇ ਦੇਣਾ ਅਤੇ ਉਹਨਾਂ ਦਾ ਦਿਮਾਗ ਉਹਨਾਂ ਦੇ ਵਿੱਚ ਵਾਧਾ ਕਰਨਾ, ਇਹਨੂੰ ਹੀ ਉਹ ਸਿੱਖਿਆ ਦਾ ਉਦੇਸ਼ ਨਹੀਂ ਸਮਝਦੇ ਸੀ। ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਤਾਂ ਜੋ ਜਿਹੜੀਆਂ ਉਹ ਬੁਰਾਈਆਂ ਨੇ ਸਮਾਜ ਦੇ ਵਿੱਚ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਚੁੱਕ ਸਕਣ। ਸਿੱਖਿਆ ਪ੍ਰਣਾਲੀ ਦੇ ਅਧੀਨ ਪੁਸਤਕ ਗਿਆਨ ਅਤੇ ਜਾਰ ਟ੍ਰੇਨਿੰਗ ਨੂੰ ਮਹੱਤਵ ਦਿੱਤਾ ਜਾਂਦਾ ਸੀ। ਉਸ ਉੱਤੇ ਹੱਸਦੇ ਸਨ। ਉਹ ਪੁਸਤਕ ਗਿਆਨ ਨੂੰ ਵੀ ਪਸੰਦ ਨਹੀਂ ਸੀ ਕਰਦੇ, ਸਿਰਫ ਯਾਦ ਕਿ ਬੁੱਕਸ 'ਤੇ ਕਹਿ ਦਿੱਤਾ ਗਿਆ ਕਿ ਬੱਚਾ ਇਹ ਤੁਸੀਂ ਇਹਨੂੰ ਯਾਦ ਕਰ ਲਵੋ, ਤਾਂ ਉਹ ਵੀ ਇਹਨਾਂ ਨੂੰ ਜਿਹੜੀ ਸੀ ਪ੍ਰਣਾਲੀ ਸੀ ਜਿਹੜੀ ਪਸੰਦ ਨਹੀਂ ਸੀਗੀ। ਉਹ ਦੇਸ਼ ਦੇ ਵਿਕਾਸ ਲਈ ਵਿਗਿਆਨ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹਨਾਂ ਨੇ ਬੱਚਿਆਂ ਦੀ ਸਿੱਖਿਆ ਲਈ ਕਲਕੱਤਾ ਵਿੱਚ ਸਿਸਟਰ ਨਿਵੇਦਿਤਾ ਨਾਂ ਦੇ ਸਕੂਲ ਦੀ ਸਥਾਪਨਾ ਵੀ ਕੀਤੀ ਸੀ। ਉਹਨਾਂ ਨੇ ਬੱਚਿਆਂ ਦੀ ਸਿੱਖਿਆ ਦੇ ਲਈ ਆਪਣੇ ਟਾਈਮ ਦੇ ਵਿੱਚ ਸਿਸਟਰ ਨਿਵੇਦਿਤਾ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਸੀਗੀ ਜਿਸ ਦੇ ਵਿੱਚ ਬੱਚੇ ਜਿਹੜੀ ਹੈ ਸਿੱਖਿਆ ਪ੍ਰਾਪਤ ਕਰ ਸਕਣ। ਉਸ ਤੋਂ ਅੱਗੇ ਹੈ ਇਹਨਾਂ ਵਿਚਾਰਕਾਂ ਤੋਂ ਇਲਾਵਾ ਟੈਗੋਰ, ਰਵਿੰਦਰਨਾਥ ਟੈਗੋਰ, ਅਰਬਿੰਦੋ ਘੋਸ਼ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਸਨ। ਠੀਕ ਹੈ, ਇਹ ਮਹਾਤਮਾ ਗਾਂਧੀ ਅਤੇ ਸਵਾਮੀ ਵਿਵੇਕਾਨੰਦ ਤੋਂ ਇਲਾਵਾ ਟੈਗੋਰ ਨੇ ਵੀ ਆਪਣੇ ਵਿਚਾਰ ਦਿੱਤੇ ਸਨ, ਰਵਿੰਦਰਨਾਥ ਟੈਗੋਰ ਅਤੇ ਅਰਬਿੰਦੋ ਘੋਸ਼ ਨੇ ਵੀ ਆਪਣੇ ਵਿਚਾਰ ਦਿੱਤੇ ਸੀ। ਹੋਰ ਵੀ ਜਿਹੜੇ ਉਸ ਟਾਈਮ ਦੇ ਵਿੱਚ ਜਿਹੜੇ ਵਿਚਾਰਕ ਸੀ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸੀ, ਪਰ ਜੇ ਆਪਾਂ ਸਾਰੇ ਲਿਖਣ ਲੱਗ ਜਾਵਾਂਗੇ ਤਾਂ ਜਿਹੜਾ ਆਪਣਾ ਆਨਸਰ ਹੈ ਉਹ ਬਹੁਤ ਜ਼ਿਆਦਾ ਲੰਬਾ ਹੋ ਜਾਵੇਗਾ। ਇਸ ਲਈ ਆਪਾਂ ਜੋ ਮੇਨ ਨੇ ਉਹ ਆਪਾਂ ਆਪਣੇ ਐਗਜ਼ਾਮ ਦੇ ਵਿੱਚ ਲਿਖ ਦੇਣਾ ਹੈ। ਨੈਕਸਟ ਹੈ ਜੋ ਯੂਨੀਵਰਸਿਟੀ ਸਿੱਖਿਆ ਆਯੋਗ ਅਨੁਸਾਰ ਸਿੱਖਿਆ ਦਾ ਅਰਥ ਅਤੇ ਧਾਰਨਾ। ਇਹ ਜਿਹੜੇ ਆਯੋਗ ਬਣਾਏ ਗਏ ਸੀ ਟਾਈਮ ਟੂ ਟਾਈਮ, ਜਿਨ੍ਹਾਂ ਦਾ ਮਕਸਦ ਜਿਹੜਾ ਸਿੱਖਿਆ ਦੇ ਵਿੱਚ ਸੁਧਾਰ ਕਰਨਾ ਸੀਗਾ, ਤਬਦੀਲੀਆਂ ਕਰਨੀਆਂ ਸੀਗੀਆਂ, ਬੱਚੇ ਨੂੰ ਜਿਹੜਾ ਸੀਗਾ ਉਹਦੇ 'ਤੇ ਜਿਹੜੀ
ਪੜ੍ਹਾਈ ਦੀ ਨੂੰ ਲੈ ਕੇ ਬਹੁਤ ਜ਼ਿਆਦਾ ਬਰਡਨ ਹੁੰਦੀ ਸੀ, ਉਹਨੂੰ ਘੱਟ ਕਰਨਾ ਸੀਗਾ, ਸਿਸਟਮ ਨੂੰ ਸਹੀ ਕਰਨਾ ਸੀਗਾ। ਉਹਨਾਂ ਦੇ ਦੁਆਰਾ ਸਿੱਖਿਆ ਦਾ ਉਹ ਕੀ ਮੀਨਿੰਗ ਲੈਂਦੇ ਨੇ। ਫਸਟ ਹੈ ਸਿੱਖਿਆ, ਯੂਨੀਵਰਸਿਟੀ ਸਿੱਖਿਆ ਆਯੋਗ ਅਨੁਸਾਰ ਸਿੱਖਿਆ ਦਾ ਅਰਥ ਅਤੇ ਧਾਰਨਾ। ਇਸ ਆਯੋਗ ਅਨੁਸਾਰ ਸਿੱਖਿਆ ਦੁਆਰਾ ਨਵੇਂ ਵਿਚਾਰਾਂ ਅਤੇ ਚੇਤਨਾ ਦਾ ਵਿਕਾਸ ਹੁੰਦਾ ਹੈ ਅਤੇ ਸਮਾਜਿਕ ਵਿਵਸਥਾ ਦਾ ਵਿਕਾਸ ਇਸ ਨਾਲ ਸੰਭਵ ਹੈ। ਇਸ ਆਯੋਗ ਦੇ ਅਨੁਸਾਰ ਸੀ ਕਿ ਬੱਚੇ ਦੇ ਵਿੱਚ ਨਵੇਂ ਵਿਚਾਰ ਆਉਂਦੇ ਨੇ, ਨਵੀਂ ਜਿਹੜੀ ਚੇਤਨਾ ਆਉਂਦੀ ਹੈ ਅਤੇ ਇਹਦੇ ਨਾਲ ਜਿਹੜਾ ਸਮਾਜਿਕ ਵਿਵਸਥਾ ਦਾ ਵਿਕਾਸ ਵੀ ਹੋ ਪਾਉਂਦਾ ਹੈ। ਨੈਕਸਟ ਹੈ ਸੈਕੰਡਰੀ ਸਿੱਖਿਆ ਆਯੋਗ 1952। ਸਿੱਖਿਆ ਲੋਕਤੰਤਰੀ ਨਾਗਰਿਕਤਾ ਦਾ ਵਿਕਾਸ ਕਰਦੀ ਹੈ, ਵਿਵਸਾਇਕ ਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ, ਲੀਡਰਸ਼ਿਪ ਦੇ ਗੁਣਾਂ ਦਾ ਵਿਕਾਸ ਕਰਦੀ ਹੈ ਅਤੇ ਵਿਅਕਤੀਤਵ ਦਾ ਵਿਕਾਸ ਕਰਦੀ ਹੈ। ਇਸ ਦੇ ਨਾਲ ਵਿਅਕਤੀਤਵ ਦਾ ਵਿਕਾਸ ਹੁੰਦਾ, ਉਹਦੇ ਇੱਕ ਬੱਚਾ ਜੋ ਵਿਅਕਤੀ ਉਹਦੇ ਵਿੱਚ ਲੀਡਰਸ਼ਿਪ ਦੇ ਗੁਣ ਆਉਂਦੇ ਨੇ, ਲੋਕਤੰਤਰੀ ਨਾਗਰਿਕਤਾ ਦਾ ਵਿਕਾਸ ਵੀ ਹੁੰਦਾ। ਨੈਕਸਟ ਹੈ ਭਾਰਤੀ ਸਿੱਖਿਆ ਆਯੋਗ 1964 ਅਤੇ 1966। ਸਿੱਖਿਆ ਉਤਪਾਦਕਤਾ ਵਿੱਚ ਵਾਧਾ ਕਰਨ, ਸਮਾਜਿਕ ਅਤੇ ਰਾਸ਼ਟਰੀ ਏਕਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ। ਇਸ ਨਾਲ ਆਧੁਨਿਕਤਾ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਸਮਾਜਿਕ, ਨੈਤਿਕ, ਧਾਰਮਿਕ ਮੁੱਲਾਂ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਕਰਦੀ ਹੈ। ਸਿੱਖਿਆ ਨਾਲ ਕੀ ਹੋਵੇਗਾ, ਉਤਪਾਦਕਤਾ ਵਿੱਚ ਵਾਧਾ ਹੋਵੇਗਾ। ਜਦੋਂ ਬੱਚੇ ਪੜ੍ਹੇ ਲਿਖੇ ਹੋਣਗੇ, ਵਿਅਕਤੀ ਪੜ੍ਹੇ ਲਿਖੇ ਹੋਣਗੇ ਤਾਂ ਉਤਪਾਦਕਤਾ ਵਿੱਚ ਵਾਧਾ ਹੋਵੇਗਾ। ਇਹਦੇ ਨਾਲ ਰਾਸ਼ਟਰੀ ਏਕਤਾ ਵੀ ਕਾਇਮ ਹੋਵੇਗੀ, ਲੋਕਾਂ ਦੇ ਵਿੱਚ ਇੱਕ ਲੋਕਾਂ ਦੀ ਜਿਹੜੀ ਸੋਚ ਸਮਝ ਉਹਨਾਂ ਨੂੰ ਸੋਝੀ ਆਵੇਗੀ। ਠੀਕ ਹੈ, ਅਤੇ ਆਧੁਨਿਕਤਾ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਜੇ ਇਹ ਨੋਰਮਲੀ ਗੱਲ ਹੈ, ਜੇ ਬੱਚਾ ਪੜ੍ਹਿਆ ਲਿਖਿਆ ਹੋਊਗਾ, ਕਿਉਂਕਿ ਅੱਜ ਦੇ ਜਿਹੜੇ ਬੱਚੇ ਉਹਨਾਂ ਨੇ ਹੀ ਜਿਹੜੀ ਵਾਂਗਡੋਰ ਸੰਭਾਲਣੀ ਹੈ ਕੱਲ੍ਹ ਦੀ, ਤਾਂ ਜੇਕਰ ਉਹੀ ਪੜ੍ਹੇ ਲਿਖੇ ਹੋਣਗੇ ਤਾਂ ਫਿਰ ਜਾ ਕੇ ਜਿਹੜੀ ਆਧੁਨਿਕੀਕਰਨ ਆਵੇਗਾ, ਨਵੇਂ ਨਵੇਂ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਆਉਣਗੇ। ਠੀਕ ਹੈ, ਸਮਾਜਿਕ, ਨੈਤਿਕ, ਧਾਰਮਿਕ ਮੁੱਲਾਂ ਦਾ ਨਿਰਮਾਣ ਵਿੱਚ ਵੀ ਸਹਾਇਤਾ ਕਰਦੀ ਹੈ ਸਿੱਖਿਆ। ਨੈਕਸਟ ਹੈ ਰਾਸ਼ਟਰੀ ਸਿੱਖਿਆ ਨੀਤੀ 1986 ਅਤੇ 1992। ਸਿੱਖਿਆ ਉਹ ਹੈ ਜੋ ਵਿਅਕਤੀ ਦਾ ਸਰਬਪੱਖੀ ਵਿਕਾਸ ਕਰੇ। ਨੈਕਸਟ ਹੈ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005। ਸਿੱਖਿਆ ਵਿਦਿਆਰਥੀ ਵਿੱਚ ਮਾਨਵੀ ਗੁਣਾਂ ਜਿਵੇਂ ਪ੍ਰੇਮ, ਸਹਿਯੋਗ, ਸਹਿਣਸ਼ੀਲਤਾ, ਪਰੰਪਰਾਕਾਰ, ਦਇਆ ਆਦਿ ਦਾ ਵਿਕਾਸ ਕਰਦੀ ਹੈ। ਸਿੱਖਿਆ ਵਿਦਿਆਰਥੀ ਦੇ ਸਰੀਰਕ, ਬੌਧਿਕ, ਭਾਵਨਾਤਮਕ, ਸਮਾਜਿਕ, ਸੰਸਕ੍ਰਿਤਿਕ ਹਰ ਤਰ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੈ। ਸਿੱਖਿਆ ਦੁਆਰਾ ਹੀ ਰਾਸ਼ਟਰੀ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਿਆ ਜਾ ਸਕਦਾ ਹੈ। ਜਿਹੜੀ ਸਿੱਖਿਆ ਹੋਵੇ ਵਿਅਕਤੀ ਦੇ ਵਿੱਚ ਪ੍ਰੇਮ, ਸਹਿਯੋਗ, ਸਹਿਣਸ਼ੀਲਤਾ, ਦਇਆ ਭਾਵਨਾ ਉਹਨਾਂ ਦਾ ਵਿਕਾਸ ਕਰਦੀ ਹੈ ਅਤੇ ਉਹਦੇ ਵਿੱਚ ਸਰੀਰਕ ਵਿਕਾਸ ਵੀ ਕਰਦੀ ਹੈ, ਬੌਧਿਕ ਵਿਕਾਸ ਵੀ ਕਰਦੀ ਹੈ, ਭਾਵਨਾਤਮਕ ਵਿਕਾਸ ਵੀ ਕਰਦੀ ਹੈ, ਸਮਾਜਿਕ ਅਤੇ ਸੰਸਕ੍ਰਿਤਿਕ ਵਿਕਾਸ ਵੀ ਕਰਦੀ ਹੈ। ਅਤੇ ਸਿੱਖਿਆ ਦੁਆਰਾ ਹੀ ਰਾਸ਼ਟਰੀ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਿਆ ਜਾ ਸਕਦਾ ਹੈ। ਸਿੱਖਿਆ ਦੁਆਰਾ ਜਿਹੜਾ ਦੇਸ਼ ਹੈ ਉਹ ਆਪਣਾ ਵਿਕਾਸ ਕਰ ਸਕਦਾ ਹੈ। ਜਿੰਨਾ ਵੀ ਮੈਂ ਤੁਹਾਨੂੰ ਕਰਵਾਇਆ ਹੈ ਉੱਪਰਲਾ, ਉਹਦਾ ਇੱਕ ਜਿਹੜੀ ਡਾਇਗ੍ਰਾਮ ਹੈ, ਇੱਥੋਂ ਤੁਹਾਨੂੰ ਜਿਹੜੀ ਸਾਰਾ ਜਿਹੜਾ ਕਲੀਅਰ ਹੋ ਜਾਵੇਗਾ। ਸਭ ਤੋਂ ਪਹਿਲਾਂ ਤੁਸੀਂ ਲਿਖ ਸਕਦੇ ਹੋ ਇੰਡੀਅਨ ਕਨਸੈਪਟ ਆਫ ਐਜੂਕੇਸ਼ਨ। ਇਹਨੂੰ ਜਿਹੜਾ 4 ਜਿਹੜੇ ਪੁਆਇੰਟਸ ਦੇ ਵਿੱਚ ਵੰਡ ਦਿੱਤਾ ਗਿਆ। ਫਸਟ ਆ ਗਿਆ ਪ੍ਰਾਚੀਨ ਕਾਲ, ਜਿਸ ਦੇ ਵਿੱਚ ਆਪਾਂ ਵੈਦਿਕ ਕਾਲ ਕੀਤਾ ਸੀਗਾ, ਬੌਧ ਕਾਲ ਕੀਤਾ ਸੀਗਾ, ਮੁਸਲਿਮ ਕਾਲ ਕੀਤਾ ਸੀਗਾ। ਉਸ ਤੋਂ ਬਾਅਦ ਪ੍ਰਾਚੀਨ ਕਾਲ ਕੀਤਾ ਸੀ, ਬੌਧ ਕਾਲ ਕੀਤਾ ਸੀ ਅਤੇ ਮੱਧ ਕਾਲ ਕੀਤਾ ਸੀ। ਇਹਨਾਂ ਨੂੰ ਆਪਾਂ ਅਲੱਗ ਅਲੱਗ ਜਿਹੜਾ ਕਰ ਦਿੱਤਾ ਗਿਆ ਨਾ, ਪ੍ਰਾਚੀਨ ਕਾਲ, ਬੌਧ ਕਾਲ, ਮੱਧ ਕਾਲ ਅਤੇ ਵਰਤਮਾਨ ਕਾਲ। ਆਜ਼ਾਦੀ ਤੋਂ ਬਾਅਦ ਦੀ ਸਿੱਖਿਆ ਦੀ ਧਾਰਨਾ 'ਚ ਕਹਿ ਸਕਦੇ, ਆਜ਼ਾਦੀ ਤੋਂ ਬਾਅਦ ਜਿਹੜੇ ਵਿਚਾਰਕ ਹੋਏ ਸੀ ਉਹਨਾਂ ਦੇ ਲਈ ਸਿੱਖਿਆ ਕੀ ਸੀਗੀ। ਇਹਨੂੰ ਆਪਾਂ 4 ਜਿਹੜੇ ਪੁਆਇੰਟਸ ਦੇ ਵਿੱਚ ਵੰਡ ਦਿੱਤਾ ਸੀਗਾ ਅਤੇ ਇਹਨਾਂ ਨੂੰ ਆਪਾਂ ਸਮਝ ਲਿਆ। ਤਾਂ ਤੁਸੀਂ ਇੱਦਾਂ ਵੀ ਇਸ ਦੇ ਡਾਇਗ੍ਰਾਮ ਨੇ ਤੁਸੀਂ ਪਹਿਲਾਂ ਵੀ ਬਣਾ ਸਕਦੇ ਹੋ, ਬਾਅਦ ਦੇ ਵਿੱਚ ਵੀ ਬਣਾ ਸਕਦੇ ਹੋ। ਜੇਕਰ ਸਟਾਰਟਿੰਗ ਦੇ ਵਿੱਚ ਬਣਾ ਦਿਓ ਤਾਂ ਜ਼ਿਆਦਾ ਬੈਟਰ ਰਹੇਗਾ। ਅਤੇ ਇਹਨੂੰ ਤੁਸੀਂ ਆਪਣੇ ਐਗਜ਼ਾਮ ਦੇ ਵਿੱਚ ਆਨਸਰ ਦੇ ਲਈ ਲਿਖ ਦੇਣਾ। ਉਸ ਤੋਂ ਬਾਅਦ ਆਪਾਂ ਕਰਨਾ ਸੀਗਾ ਵੈਸਟਰਨ ਕਨਸੈਪਟ ਆਫ ਐਜੂਕੇਸ਼ਨ। ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਉਹਨਾਂ ਟਾਈਮ ਤੁਸੀਂ ਇਹਨੂੰ ਹੀ ਲਰਨ ਕਰੋ। ਇਹ ਨੋਟਸ ਹੈ ਜੋ ਇਹ ਪੰਜਾਬੀ ਮੀਡੀਅਮ ਦੇ ਵਿੱਚ ਨੇ, ਇਹ ਤੁਹਾਨੂੰ ਜਿਹੜੇ ਮਿਲ ਜਾਣਗੇ। ਇਹਦਾ ਅਸੀਂ ਤੁਹਾਨੂੰ ਲਿੰਕ ਦੇ ਦੇਵਾਂਗੇ, ਤਾਂ ਤੁਸੀਂ ਉੱਥੇ ਡਾਊਨਲੋਡ ਕਰ ਸਕਦੇ ਹੋ। ਧੰਨਵਾਦ।